ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ। ਕੱਲ੍ਹ ਆਪਾਂ ਵਿਚਾਰਦੇ ਸੀ ਕਿ ਉਹ ਜਿਹੜਾ ਸੱਚਾ ਸੌਦਾ ਹੈ, ਨਾਮ ਦਾ ਸੌਦਾ ਹੈ, ਜਿਹੜਾ ਸੌਦਾ ਪ੍ਰਾਪਤ ਕਰਨ ਦੇ ਨਾਲ ਲੋਕ ਅਤੇ ਪਰਲੋਕ ਸੁਖੀ ਹੋ ਜਾਂਦੇ ਨੇ, ਸੁਹੇਲੇ ਹੋ ਜਾਂਦੇ ਨੇ। ਕਿਵੇਂ ਹੁੰਦਾ ਉਹ ਆਪਾਂ ਵਿਚਾਰਦੇ ਸੀ। ਕੱਲ੍ਹ ਰੋਹ ਪੰਕਤੀਆਂ 'ਚ ਵਿਚਾਰਿਆ ਸੀ। ਸਾ ਵਪਾਰੀ ਦੁਆਰਾ ਆਇਆ, ਬੱਖਰ ਕਾਢੋ ਸੌਦਾ ਕਰਾਇਆ। ਵੀ ਐਸੇ ਜਨਾਂ ਦੀ ਸੰਗਤ 'ਚ ਗਏ ਜਿਹੜੇ ਵਪਾਰੀ ਨੇ ਨਾਮ ਦੇ। ਉਹਨਾਂ ਨੇ ਫਿਰ ਸਾਨੂੰ ਇਹ ਸੌਦਾ ਦਵਾਇਆ, ਕਿਉਂਕਿ ਦੇਣਾ ਕਿਸ ਨੇ ਹੈ? ਮਾਲਕ ਨੇ। ਖਜ਼ਾਨਾ ਮਾਲਕ ਦਾ ਹੈ। ਇਸੇ ਨੂੰ ਆਪਾਂ ਫਿਰ ਵਿਚਾਰਿਆ ਸੀ ਅਖੀਰ ਦੇ ਵਿੱਚ ਕਿ ਫਿਰ ਅਸਲੀ ਲਾਹਾ ਅਸੀਂ ਖੱਟਦੇ ਹਾਂ। ਮਿਲਿਆ ਲਾਹਾ ਪਏ ਆਨੰਦ, ਤਨ ਸਾ ਪੂਰੇ ਬਖਸ਼ਿੰਦ। ਉਹ ਤਨ, ਉਹ ਸ਼ਾਹ ਪਰਮੇਸ਼ਰ ਜਿਹੜਾ ਹੈ, ਬਖਸ਼ਿੰਦ ਹੈ, ਅਤੇ ਸਾਨੂੰ ਫਿਰ ਲਾਹਾ ਪ੍ਰਾਪਤ ਹੋ ਜਾਂਦਾ ਹੈ। ਮਨ ਆਨੰਦ ਵਿੱਚ ਆ ਜਾਂਦਾ ਹੈ। ਪਰ ਇਹ ਸੌਦਾ ਕੌਣ ਕਰਾਉਂਦੇ ਨੇ? ਇਹ ਸੌਦਾ ਗੁਰਮੁਖ ਕਿਨੇ ਵਿਰਲੇ ਪਾਇਆ। ਕਿਸੇ ਵਿਰਲੇ ਕੋਲ ਮਾਲਕ ਇਹ ਖਜ਼ਾਨਾ ਦਿੰਦਾ ਹੈ। ਸੈਲੀ ਖੇਪ ਨਾਨਕ ਲੈ ਆਇਆ। ਅਤੇ ਸਤਿਗੁਰ ਸਮਝਾਉਂਦੇ ਨੇ ਅਸੀਂ ਵੀ ਐਸੀ ਜਿਹੜਾ ਖਜ਼ਾਨਾ ਹੈ ਲੈ ਕੇ ਆਏ ਹਾਂ। ਕਿਸੇ ਵਿਰਲੇ ਅਤੇ ਯੁਗਾਂ ਤੋਂ ਬਹੁਤ ਵਿਰਲੇ ਹੋਏ ਨੇ ਜਿਨ੍ਹਾਂ ਨੂੰ ਮਾਲਕ ਨੇ ਇਹ ਖਜ਼ਾਨਾ ਬਖਸ਼ਿਸ਼ ਕੀਤਾ ਹੈ, ਕਿਉਂਕਿ ਉਸ ਦਾ ਆਪਣਾ ਖਜ਼ਾਨਾ ਹੈ। ਉਸ ਤੋਂ ਜ਼ੋਰ ਨਾਲ ਨਹੀਂ ਲਿਆ ਜਾ ਸਕਦਾ। ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ। ਜਦੋਂ ਖੁਸ਼ ਹੁੰਦਾ ਹੈ ਉਹਦੀ ਵਡਿਆਈ ਹੈ। ਜਦੋਂ ਦਾਤ ਦਿੰਦਾ ਹੈ ਕਿਸੇ ਨੂੰ ਪੁੱਛਦਾ ਨਹੀਂ, ਪਰ ਦਿੰਦਾ ਜਿਹੜਾ ਉਸ ਨੂੰ ਪਾਉਂਦਾ ਹੈ। ਵੱਡੀ ਵਡਿਆਈ ਜਾਂ ਪੁੱਛਣਾ ਦਾਤ। ਸੋ ਕਿਸੇ ਵੇਲੇ ਨੂੰ ਪ੍ਰਾਪਤ ਹੁੰਦਾ ਹੈ। ਇਹ ਆਪਾਂ ਇੱਥੇ ਤੱਕ ਕੱਲ੍ਹ ਵਿਚਾਰ ਕੀਤੀ ਸੀ। ਆਓ ਅਗਲਾ ਸ਼ਬਦ ਆਪਾਂ ਵਿਚਾਰ ਕਰਦੇ ਹਾਂ। ਆਸਾ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰੋਹ ਪੰਕਤੀਆਂ ਨੇ। ਸੁਨਬੋ ਸਖੀ ਕੰਤ ਹਮਾਰੋ ਕਿਓ ਲੋ ਖਸਮਾਨਾ। ਸਖੀ ਕੌਣ ਹੈ? ਜੋ ਪ੍ਰਭੂ ਦੇ ਨਾਲ ਮਿਲ ਜਾਂਦੇ ਨੇ ਜੀ। ਇੱਥੇ ਕੋਈ ਇਸਤਰੀ ਨਹੀਂ, ਇੱਥੇ ਸਾਡੇ ਇਸਤਰੀ ਰੂਪ ਜੀਵ ਇਸਤਰੀ, ਜਿਹੜੇ ਜਿਵੇਂ ਆਪਾਂ ਸਾਰਿਆਂ ਨੂੰ ਸੁਹਾਗਣ ਕਿਹਾ ਹੈ, ਕਾਮਨ ਕਿਹਾ ਹੈ, ਪ੍ਰਭੂ ਨੂੰ ਧਨ ਕਿਹਾ ਹੈ, ਸੌ ਕਿਹਾ ਹੈ, ਕੰਤ ਕਿਹਾ ਹੈ। ਪ੍ਰਭੂ ਨੂੰ ਕੰਤ ਕਿਹਾ, ਸੌ ਕਿਹਾ, ਸਾਨੂੰ ਕਾਮਨ ਕਿਹਾ ਹੈ, ਧਨ ਕਿਹਾ ਹੈ। ਇਸ ਕਰਕੇ ਅਸੀਂ ਸਖੀਆਂ ਹਾਂ ਅਤੇ ਮਿਲ ਕੇ ਸੰਗਤ ਦੇ ਵਿੱਚ ਇੱਕ ਜੀਵ ਇਸਤਰੀ ਦੂਜੇ ਜੀਵਾਂ ਨੂੰ ਦੱਸਦੀ ਹੈ ਕਿ ਕਿਵੇਂ ਮੇਰੀ ਸਖੀਓ, ਕਿਵੇਂ ਉਸ ਪ੍ਰਭੂ ਨੇ ਮੇਰੇ 'ਤੇ ਦਇਆ ਕੀਤੀ ਹੈ। ਕੰਤ ਹਮਾਰੋ ਕੀਲੋ ਖਸਮਾਨਾ। ਕੈਸੇ ਪ੍ਰਭੂ ਨੇ ਮੇਰੇ 'ਤੇ ਦਇਆ ਕੀਤੀ। ਕਰ ਮਸਤਕ ਧਾਰ ਰਾਖਿਓ ਕਰ ਆਪਣਾ। ਮੇਰੇ ਮਸਤਕ 'ਤੇ ਆਪ ਹੱਥ ਰੱਖਿਆ ਹੋਇਆ ਹੈ।
ਕਿਆ ਜਾਣਾ ਇਹ ਲੋਕ ਅਜਾਨਾ। ਕਹਿੰਦੇ ਇਹ ਲੋਕਾਂ ਨੂੰ ਕਿਉਂਕਿ ਕਿਹੜਾ ਦਿਸਦਾ ਹੈ, ਕਿਸੇ ਨੂੰ ਦਿਸਦਾ ਨਹੀਂ ਹੈ। ਇਸ ਕਰਕੇ ਜਿਨ੍ਹਾਂ ਨੂੰ ਮਾਲਕ ਖੁਸ਼ ਹੁੰਦਾ ਹੈ ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ, ਉਹਨਾਂ ਦੇ ਸਦਾ ਸੰਗ ਹੈ, ਉਹਨਾਂ ਦੇ ਸਿਰ 'ਤੇ ਸਦਾ ਉਸ ਦਾ ਹੱਥ ਹੈ। ਪਰ ਅਣਜਾਣ ਲੋਕ ਨਹੀਂ ਜਾਣ ਸਕਦੇ। ਇਹ ਲੋਕ ਕਿਹਨਾਂ ਨੂੰ ਗਿਆਨ ਹੁੰਦਾ ਹੈ? ਜਿਹੜੇ ਜੀਵ ਗਿਆਨ ਲੈਂਦੇ ਨੇ, ਜਿਹੜੇ ਲੈ ਕੇ ਚੱਲਦੇ ਨੇ। ਜਿਵੇਂ ਪਿੱਛੇ ਆਪਾਂ ਜਿਹੜੇ ਸੌਦਾ ਕਰਦੇ ਨੇ, ਜਾਂਦੇ ਨੇ ਪ੍ਰਭੂ ਦੀ ਸ਼ਰਨ ਦੇ ਵਿੱਚ, ਉਹ ਲੋਕ ਹੀ ਜਾਣ ਸਕਦੇ ਹਾਂ ਕਿ ਪ੍ਰਭੂ ਆਪਣੇ ਜਿਨ੍ਹਾਂ ਨੂੰ ਆਪਣੇ ਬਣਾ ਲੈਂਦਾ ਹੈ ਅਤੇ ਕਿਵੇਂ ਉਹਨਾਂ ਦੇ ਸੰਗ ਰਹਿੰਦਾ ਹੈ, ਕਿਵੇਂ ਉਹਨਾਂ ਨੂੰ ਦਇਆ ਕਰਦਾ ਹੈ, ਕਿੰਨਾ ਪਿਆਰ ਕਰਦਾ ਹੈ। ਉਹ ਫਿਰ ਸਾਰਾ ਆਪਾਂ ਸਮਝਦੇ ਹਾਂ ਇਸ ਸ਼ਬਦ ਦੇ ਵਿੱਚ। ਪਰ ਅਣਜਾਣ ਜੀਵ ਇਸ ਨੂੰ ਨਹੀਂ ਸਮਝ ਸਕਦੇ। ਇਹ ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਸਮਝਾਉਂਦੇ ਨੇ, ਗੁਣ ਅਵਗੁਣ ਮੇਰੋ ਕਛ ਨਾ ਵਿਚਾਰੋ। ਵੀ ਉਹਨੇ ਨਹੀਂ ਦੇਖਿਆ ਮੇਰੇ ਕੋਲ ਕੋਈ ਗੁਣ ਸੀ ਪਹਿਲੇ, ਕਿਉਂਕਿ ਪਹਿਲਾਂ ਅਸੀਂ ਅਵਗੁਣ ਕਰਦੇ ਹਾਂ ਸਾਡੇ, ਜਿਨ੍ਹਾਂ ਨੂੰ ਅਸੀਂ ਆਪਣੇ ਗੁਣ ਵੀ ਸਮਝਦੇ ਹਾਂ। ਲੇਕਿਨ ਗੁਣ ਕੀ ਹੈ? ਪ੍ਰਭੂ ਦੀ ਭਗਤੀ ਦਾ ਗੁਰ। ਪਿਛਲੇ ਕੀਤੇ ਕਹਿਣ ਤੋਂ ਭਾਵ ਵੀ ਪਿਛਲੇ ਸਾਡੇ ਕੀਤੇ ਕਰਮ ਉਸਨੇ ਨਹੀਂ ਵਿਚਾਰੇ, ਉਸਨੇ ਨਹੀਂ ਦੇਖਿਆ ਵੀ ਪਿੱਛੇ ਕੀ ਕਰਦਾ ਸੀ। ਨਹਿ ਦੇਖਿਓ ਰੂਪ ਰੰਗ ਸ਼ਿੰਗਾਰੋ। ਨਾ ਮੇਰੇ ਰੂਪ ਨੂੰ ਦੇਖਿਆ ਉਸਨੇ, ਨਾ ਮੇਰਾ ਰੰਗ ਦੇਖਿਆ, ਨਾ ਮੇਰੇ ਸ਼ਿੰਗਾਰ ਨੂੰ ਦੇਖਿਆ। ਚੱਜ ਆਚਾਰ ਕਿਛ ਵਿਦ ਨਹੀਂ ਜਾਣੀ। ਉਸਨੇ ਨਾ ਮੈਨੂੰ ਦੇਖਿਆ ਵੀ ਇਸ ਨੂੰ ਕੋਈ ਚੱਜ ਹੈ, ਇਸ ਦਾ ਆਚਾਰ ਕਿਹੋ ਜਿਹਾ ਹੈ, ਇਹ ਕਿਵੇਂ ਵਿਚਰਦਾ ਹੈ, ਐਸਾ ਕੁਛ ਵੀ ਨਹੀਂ ਦੇਖਿਆ। ਬਾਹ ਪਕੜ ਪਿਰਿਆ ਸੇਜਿਆ ਨਹੀਂ, ਕਿ ਬਸ ਉਸਨੇ ਮੈਨੂੰ ਬਾਂਹ ਪਕੜ ਕੇ ਆਪਣੀ ਸੇਜਾ 'ਤੇ ਲੈ ਆਂਦਾ। ਚੌਥਾ ਜੇ ਸੇਜਾ ਪ੍ਰਭੂ ਦੀ ਕਿੱਥੇ ਹੈ? ਚੌਥੇ ਪਦ ਵਿੱਚ। ਉਸਨੇ, ਕਿਉਂਕਿ ਪ੍ਰਭੂ ਧਨ ਦੇ ਨਾਲ ਪਿਆਰ ਨਹੀਂ ਕਰਦਾ। ਪ੍ਰਭੂ ਦਾ ਪਿਆਰ ਕਿਸ ਦੇ ਨਾਲ ਹੈ? ਜੋਤ ਦੇ ਨਾਲ। ਇਸ ਕਰਕੇ ਧਨ ਨੂੰ ਸ਼ਿੰਗਾਰ ਕੇ ਪ੍ਰਭੂ ਨੂੰ ਨਹੀਂ ਮਿਲਿਆ ਜਾਂਦਾ, ਜੋਤ ਦਾ ਸ਼ਿੰਗਾਰ ਕਰਨਾ ਪੈਂਦਾ ਹੈ। ਮਹਾਰਾਜ ਸਮਝਾਉਂਦੇ ਨੇ ਸੁਖਮਨੀ ਸਾਹਿਬ ਦੇ ਵਿੱਚ, ਰੂਪਵੰਤ ਹੋਏ ਨਾ ਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ। ਵੀ ਪ੍ਰਭੂ ਦੀ ਜੋਤ ਹੈ ਸਾਰਿਆਂ 'ਚ, ਉਹੀ ਪ੍ਰਭੂ ਨੂੰ ਪਾਉਂਦੀ ਹੈ। ਜਿਨ੍ਹਾਂ ਨੇ ਆਪਣੇ ਮਨ ਨੂੰ ਸ਼ਿੰਗਾਰ ਲਿਆ ਉਸ ਨੂੰ ਪਾਉਂਦੇ ਨੇ। ਜਿਹੜੇ ਤਨ ਤੱਕ ਸੀਮਤ ਨੇ, ਤਨ ਨੂੰ ਸ਼ਿੰਗਾਰਦੇ ਨੇ, ਮਨ ਦਾ ਕਦੇ ਸ਼ਿੰਗਾਰ ਹੀ ਨਹੀਂ ਕੀਤਾ, ਮਨ ਮੈਲਾ ਹੀ ਹੈ ਅਤੇ ਉਹ ਪ੍ਰਭੂ ਨੂੰ ਨਹੀਂ ਪਾਉਂਦਾ। ਇਸ ਕਰਕੇ ਦੇਖਿਆ ਵੀ ਸੰਸਾਰੀ ਕਰਮ ਮੇਰੇ ਨਹੀਂ ਦੇਖੇ, ਮੈਨੂੰ ਉਸਨੇ ਆਪਣਾ ਬਣਾ ਲਿਆ ਬਾਂਹ ਪਕੜ ਕੇ। ਚੌਥੇ ਪਦ ਵਿੱਚ ਮੈਨੂੰ ਲੈ ਆਇਆ। ਸੁਹਾਗ ਹਮਾਰੋ ਅਬ ਹੁਣ ਸੋਇਓ। ਵੀ ਹੁਣ ਉਹ ਸੁਹਾਗ ਹੈ ਜਿਹੜਾ ਮੈਨੂੰ ਪਾਉਂਦਾ ਹੈ, ਸੌਂਦਾ ਹੈ, ਕਿਉਂਕਿ ਮੈਂ ਉਸ ਪ੍ਰਭੂ ਨੂੰ ਪਾ ਲਿਆ ਜਿਹੜਾ ਸਾਡਾ ਖਸਮਾਨਾ ਹੈ, ਸਾਰਿਆਂ ਦਾ ਮਾਲਕ ਹੈ, ਸਾਰਿਆਂ ਦਾ ਖਸਮ ਹੈ। ਪਰ ਜਿਹਨੂੰ ਆਪਣਾ ਬਣਾ ਲੈਂਦਾ ਹੈ, ਜਿਹੜਾ ਉਸ ਨੂੰ ਪਾਉਂਦਾ ਹੈ, ਉਸ ਨੂੰ ਆਪਣਾ ਬਣਾ ਲੈਂਦਾ, ਉਹਦਾ ਸੁਹਾਗ ਫਿਰ ਸਦਾ ਹੋ ਜਾਂਦਾ, ਅਟਲ ਹੋ ਜਾਂਦਾ ਹੈ। ਕੰਤ ਮਿਲਿਓ ਮੇਰੋ ਸਭ ਦੁੱਖ ਜੋਇਓ। ਕਹਿੰਦੇ ਹੁਣ ਮੈਨੂੰ ਕੰਤ ਮਿਲ ਗਿਆ, ਮੇਰਾ ਪਿਆਰਾ ਮਿਲ ਗਿਆ ਪਰਮੇਸ਼ਰ, ਅਤੇ ਮੇਰੇ ਸਾਰੇ ਦੁੱਖਾਂ ਦਾ ਨਾਸ ਹੋ ਗਿਆ। ਆਂਗਣ ਮੇਰਾ ਸੋਭਾ ਚੰਦ। ਹੁਣ ਮੇਰੇ ਮੁਖ 'ਤੇ ਚੰਦ ਦੀ ਚਮਕ ਹੈ। ਜਿਵੇਂ ਰਾਤ ਨੂੰ ਚੰਦ ਚਮਕਦਾ ਹੈ, ਜਾਂ ਆਪਾਂ ਦੇਖਦੇ ਹਾਂ ਕਿ ਸੰਸਾਰ ਦੇ ਵਿੱਚ ਸੁਹਾਗਣਾ ਟਿੱਕੇ ਲਾਉਂਦੀਆਂ ਨੇ ਮਸਤਕ ਦੇ ਉੱਤੇ, ਇੱਦਾਂ ਆਪ ਹੀ ਸਾਡੇ ਮਸਤਕ 'ਤੇ ਮਾਲਕ ਪ੍ਰਗਟ ਰਹਿੰਦਾ ਹੈ। ਮੱਥਾ ਸਾਡਾ ਲਿਸ਼ਕਦਾ ਰਹਿੰਦਾ ਹੈ। ਸਾਹਮਣੇ ਦੇਖਦੇ ਹਾਂ ਉਸ, ਕਿਉਂਕਿ ਇਹ ਸੂਰਜ ਚੰਦਰਮਾ ਦੇ ਸਾਹਮਣੇ ਆ ਜਾਂਦਾ। ਚੰਦਰਮਾ ਦਾ ਪ੍ਰਕਾਸ਼ ਹਰ ਸਮੇਂ
ਸਾਡੇ ਮੁਖ 'ਤੇ ਚੰਦਰਮਾ ਦਾ ਪ੍ਰਕਾਸ਼ ਰਹਿੰਦਾ ਹੈ। ਹਰ ਸਮੇਂ ਚੰਦਰਮਾ ਚਮਕਦਾ ਰਹਿੰਦਾ ਹੈ। ਨਿਸਵਾਸਰ ਪ੍ਰਿਆ ਸੰਗ ਆਨੰਦ। ਹੁਣ ਹਰ ਸਮੇਂ ਉਸ ਪ੍ਰਭੂ ਦੇ ਨਾਲ ਸੰਗ ਹੈ ਅਤੇ ਮੈਂ ਆਨੰਦ ਵਿੱਚ ਹਾਂ, ਕਿਉਂਕਿ ਕਦੇ ਵਿਛੋੜਾ ਨਹੀਂ ਹੈ। ਵਸਤ ਹਮਾਰੇ ਰੰਗ ਚਲੂਲ। ਹੁਣ ਜਿਹੜੇ ਵਸਤਰ ਨੇ, ਕੋਈ ਤਨ ਦੇ ਵਸਤਰ ਨਹੀਂ, ਮਨ ਜਿਹੜੇ ਵਸਤਰ ਪਹਿਨਦਾ ਹੈ, ਕਿਹੋ ਜਿਹਾ ਰੰਗ ਹੈ? ਲਾਲਾਂ ਦਾ ਵਰਗਾ, ਜਿਹੜੇ ਲਾਲ ਹੀਰੇ ਹੁੰਦੇ। ਹੁਣ ਉਹੋ ਜਿਹਾ ਮੇਰੇ ਮੁਖ 'ਤੇ ਮਾਲਕ ਨੇ ਵਸਤਰ ਪਾ ਦਿੱਤਾ ਹੈ ਨਾਮ ਦਾ। ਮਨ ਨੂੰ ਨਾਮ ਦਾ ਵਸਤਰ ਮਿਲ ਗਿਆ ਹੈ, ਜਿਹੜਾ ਰੰਗ ਚਲੂਲਾ ਹੈ, ਜਿਹੜਾ ਰੰਗ ਕਦੇ ਉਤਰਦਾ ਨਹੀਂ। ਗੁਰਮੁਖ ਰੰਗ ਚਲੂਲਿਆ, ਮੇਰਾ ਮਨ ਤਾਂ ਨਾ ਪੈਨਾ। ਸਭ ਆਭਰਨ ਸੋਭਾ ਕੰਠ ਫੂਲ। ਕਹਿੰਦੇ ਹੁਣ ਗਹਿਣੇ ਪ੍ਰਾਪਤ ਹੋ ਗਏ ਸਾਰੇ। ਕੰਠ ਦੇ ਵਿੱਚ ਹਾਰ ਪਾ ਦਿੱਤਾ, ਪ੍ਰਭੂ ਨੇ ਮੈਨੂੰ ਆਪ ਸਵਾਰ ਲਿਆ। ਕਿਹੜਾ ਕੰਠ ਪਾਉਂਦੇ ਨੇ? ਜਿਵੇਂ ਮਹਾਰਾਜ ਸਮਝਾਉਂਦੇ ਨੇ ਕਿ ਜਿਹੜੇ ਪ੍ਰਭੂ ਨੂੰ ਪਾ ਲੈਂਦੇ ਨੇ, ਜਿਨ ਰਾਵਿਆ ਪ੍ਰਭ ਆਪਣਾ, ਦਿਸਣ ਨਿਤ ਖੜੀਆ, ਰਤਨ ਜਵੇਹਰ ਲਾਲ, ਹਰ ਕੰਠ ਤਿਨਾ ਜੜੀਆਂ। ਹਰੀ ਰਤਨ ਜਵੇਹਰ ਲਾਲ, ਉਹਨਾਂ ਨੂੰ ਗਲ ਦੇ ਕੰਠ ਦੇ ਵਿੱਚ ਸ਼ਬਦ ਪਾ ਦਿੰਦਾ ਹੈ ਨਾਮ ਦਾ। ਗੁਰ ਦਾ ਸ਼ਿੰਗਾਰ ਕਰ ਦਿੰਦਾ ਗਹਿਣਾ, ਜਿਨ੍ਹਾਂ ਨੂੰ ਆਪਣੇ ਬਣਾ ਲੈਂਦਾ ਹੈ। ਉਹ ਫਿਰ ਮੁੱਖੋਂ ਉਹ ਗਿਆਨ ਦਿੰਦੇ ਨੇ, ਕਿਉਂਕਿ ਇਹ ਮਨ ਦਾ ਸ਼ਿੰਗਾਰ ਹੈ ਸਾਰਾ ਹੀ। ਪਿਰਾ ਪੇਖੀ ਦ੍ਰਿਸ਼ਟ ਪਾਏ ਸਗਲ ਨਿਧਾਨ। ਕਹਿੰਦੇ ਹੁਣ ਪਿਆਰੇ ਦੇ ਦਰਸ਼ਨ ਜਦੋਂ ਹੋ ਜਾਂਦੇ ਨੇ, ਸਾਰਾ ਖਜ਼ਾਨਾ ਹੀ ਪ੍ਰਾਪਤ ਹੋ ਜਾਂਦਾ ਹੈ। ਕਿਉਂਕਿ ਜਦੋਂ ਮਾਲਿਕ ਹੀ ਮਿਲ ਗਿਆ, ਜੇ ਦੇਸ਼ ਦਾ ਰਾਜਾ ਹੀ ਮਿਲ ਗਿਆ ਤੇ ਦੇਸ਼ ਦਾ ਸਾਰਾ ਕਿਸ ਦਾ ਹੋ ਜਾਂਦਾ ਹੈ? ਜਿਸ ਨੂੰ ਆਪਣੀ ਰਾਣੀ ਬਣਾ ਲੈਂਦਾ ਹੈ। ਇੱਦਾਂ ਹੀ ਜਦੋਂ ਸਾਨੂੰ ਆਪਣੇ ਬਣਾ ਲੈਂਦਾ ਹੈ, ਫਿਰ ਸਾਰਾ ਕੁਛ ਹੀ ਸਾਨੂੰ ਮਿਲ ਜਾਂਦਾ ਹੈ। ਦੁਸ਼ਟ ਦੂਤ ਕੀ ਚੂਕੀ ਕਾਨ। ਇਹ ਜਿਹੜੇ ਦੁਸ਼ਟ ਨੇ ਪੰਜ, ਇਹ ਦੂਤ, ਇਹਨਾਂ ਦਾ ਡਰ ਹੀ ਖਤਮ ਹੋ ਗਿਆ, ਕਿਉਂਕਿ ਉਸ ਮਾਲਕ ਦੇ ਹੋ ਗਏ ਜਿਹਨੇ ਇਹ ਸਾਰਾ ਕੁਛ ਬਣਾਇਆ ਹੈ। ਜਿਵੇਂ ਬਾਬਾ ਕਬੀਰ ਸਮਝਾਉਂਦੇ ਨੇ ਕਿ ਅਸੀਂ ਉਸ ਮਾਲਕ ਦੇ ਨਾਲ ਪਾ ਲਏ ਹਾਂ ਜਿਹਨੇ ਇਹ ਜਮੂਆ ਸਿਰਜਿਆ ਹੈ। ਜਿਨ ਇਹ ਜਮੂਆ ਸਿਰਜਿਆ, ਸੋ ਜਪਿਓ ਪਰਵਦਕਾਰ। कबीर मेरी बुद्ध को जम ना करे तिसकार। कहते साढ़े कोल ऐसी बुद्ध है कि जम इहदे नेड़े भी नहीं आ सकते, इहनूं पुछ नहीं सकते, क्योंकि कित्थों मिली बुद्ध? उस प्रभु दे जिहड़ा प्रभु ने जमुआ नूं सिरजिया है। जिन ए जमुआ सिरजिया सो जपिया पर्वतकार। उन्हां दा डर खत्म हो गया। सद खुशियां सदा रंग माणे। सदा खुशियां ने, सदा उस प्रभु दे रंग नूं माणदा है मन, क्योंकि असीं उहदे विच वसदे, वो साडे च वसदा। जदों प्रगट हो गया, जदों सानूं अपने बना लैंदा है। नौ निध नाम ग्रह मैं तृप्ताने। नौ निध नाम घर दे विच प्रगट है, मन तृप्त है। कहो नानक जो पिरै शिगारी। पर यह शिगार कौन करता है? जिन्हों प्रभु अपना बना लेंदा है। फिर उसनों यह सारा शिगार, जिवें आपां संसार च देखते हाँ कि जदों किसी का ब्याह हुंदा है, सौरा परिवार बरी लैके आउंदा है, कपड़े बस्तर गहने आपां अगे देखते हुंदे सी। इदां ही मालक जदों आपां उहदा हो जांदे हाँ, फिर
ਫਿਰ ਆਪ ਸਾਡਾ ਸ਼ਿੰਗਾਰ ਕਰਦਾ ਹੈ। ਜਦੋਂ ਅਸੀਂ ਪਾ ਜਾਈਏ ਉਸ ਪਹਿਲਾਂ ਸਾਡਾ ਰੂਪ ਨਹੀਂ ਦੇਖਦਾ, ਕਿਉਂਕਿ ਫਿਰ ਸਾਨੂੰ ਇੰਨਾ ਸੁੰਦਰ ਬਣਾ ਦਿੰਦਾ ਹੈ, ਇੰਨੇ ਸੋਹਣੇ ਗਹਿਣੇ ਪਾ ਦਿੰਦਾ ਜੋ ਕਿ ਸੰਸਾਰ ਦੇ ਵਿੱਚ ਨਹੀਂ ਮਿਲਦੇ, ਜੋ ਪ੍ਰਭੂ ਦੇ ਕੋਲ ਹੀ ਨੇ। ਐਸੇ ਬਸਤਰ ਜਿਹੜੇ ਸੰਸਾਰ ਦੇ ਵਿੱਚ ਨਹੀਂ ਹੈ। ਕਹਿਣ ਤੋਂ ਭਾਵ ਵੀ ਨਾਮ ਸੰਸਾਰ 'ਚ ਨਹੀਂ ਹੈ, ਸਾਡੇ ਵਾਸਤੇ ਨਾਮ ਹੀ ਸਾਰਾ ਕੁਛ ਹੋ ਜਾਂਦਾ ਹੈ। ਥਿਰ ਸੁਹਾਗਣ ਸੰਗ ਪਤਾਰੀ, ਕਹਿੰਦੇ ਹੁਣ ਸੁਹਾਗਣ ਹੋ ਗਈ ਥਿਰ, ਕਿਉਂਕਿ ਉਹਦਾ ਪਤਾਰ ਪ੍ਰਭੂ ਉਹਦੇ ਸਦਾ ਸੰਗ ਹੈ। ਆਪ ਉਸਨੇ ਸ਼ਿੰਗਾਰੀ ਹੈ। ਕੈਸਾ ਸ਼ਿੰਗਾਰ ਕੀਤਾ ਉਹ ਆਪਾਂ ਪਿੱਛੇ ਵਿਚਾਰ ਕੇ ਆਏ ਹਾਂ कि बस्त्र कैसे पहनाए, कैसे गहने पहनाए। उसने पहला साडा कुछ भी नहीं देखा कि पहला असी किहो ਜਿਹੇ ਸੀ, क्योंकि ਜਦੋਂ खुश ਹੁੰਦਾ ਹੈ ਸਾਡੇ ਪਿਛਲੇ ਅਵਗੁਣ ਨਹੀਂ ਵਿਚਾਰਦਾ। ਗੁਣ ਅਵਗੁਣ ਮੇਰਾ ਕਛ ਨਾ ਵਿਚਾਰਿਓ, ਕੁਛ ਨਹੀਂ ਵਿਚਾਰਦਾ। ਪਰ ਜਦੋਂ ਅਸੀਂ ਉਸ ਦੇ ਨਾਲ ਪਿਆਰ ਕਰਦੇ ਹਾਂ ਉਹ ਸਾਡਾ ਪਿਛੋਕੜ ਨਹੀਂ ਦੇਖਦਾ, ਪਰ ਸਿਰਫ ਪਿਆਰ ਦੇ ਨਾਲ ਹੀ ਉਹ ਵਸ ਦੇ ਵਿੱਚ ਆਉਂਦਾ ਹੈ। ਮਨ ਦਾ ਸ਼ਿੰਗਾਰ ਫਿਰ ਉਹ ਸਾਡੇ ਮਨ ਨੂੰ ਸ਼ਿੰਗਾਰਦਾ ਹੈ, ਵੀ ਨਾਮ ਦਿੰਦਾ ਹੈ। ਨਾਮ ਦੁਆਰਾ ਮਨ ਦਾ ਅਸਲੀ ਸੱਚਾ ਸ਼ਿੰਗਾਰ ਹੁੰਦਾ ਹੈ। आओ अगला शब्द है आसा राग दे विच महले पंजवें दा। हुण ये शब्द है ब्राह्मण ते। ऐसे ब्राह्मण डूबे पाई। ब्राह्मण की है? सतगुरां दी बाणी अनुसार जिहड़ा ब्रह्म दी विचार करता है वो ब्राह्मण है। उसने सिर्फ ब्रह्म की विचार करनी होंदी है। जिन महाराज समझाते ने सो ब्राह्मण जो बिंदै ब्रह्म, जप तप संजम कमावै कर्म, सी संतोख का रखे धर्म। भी जिहदे अंदर संतोख है, संजम है, ब्रह्म नूं बिंदा है, फिर ऐसा कर्म करता है, सोई ब्राह्मण पूजन जुगत। भी वो ब्राह्मण जड़ा है फिर पूजन योग होंदा है। बंधन तोड़ा होवे मुक्त, सोई ब्राह्मण पूजन जुगत। हुण ऐसा ब्राह्मण तां जिहड़ा है असली ब्राह्मण है, जो जिहड़े ब्राह्मण हुंदे सी पहले समयां दे विच, जदों सतयुग सी, त्रेते युग दे विच भी ब्राह्मण हुंदे सी, दुआपर दे विच भी ब्राह्मण हुंदे सी, लेकिन कलयुग दे विच पखंड करदे ने। ते इत्थे कलयुग दी बाणी है, कलयुग दे विच गुरु साहिबां दी। इत्थे फिर ब्राह्मणां नूं, ऐसे ब्राह्मणां नूं क्या है, कहंदे ऐसे ब्राह्मण डूबे पाई, निरापराध चित बै बुराई। कि इन्हां ने बुराई चितवनी। बुराई की है वो आपां अगे विचारांगे भी, कि उन्हां नूं बारी भेख कर लिया, ब्रह्म दी गल नहीं करनी। बस ये मन दे विच हुंदा कि माया इकट्ठी करनी है। बुराई किहड़ी हुंदी, भी लोकां नूं भरम च पा के लुटना है। ऐसे ब्राह्मण फिर डुबदे ने, जिहड़े भेख दे ब्राह्मण ने। गुरबाणी अनुसार वो ब्राह्मण नहीं, लेकिन बारी भेख करके ब्राह्मण ने। जिवें अज हर एक धर्म दे विच है, कोई भी धर्म है उस दे विच भेखी लोक ने, जिहड़े लोग जिन्हां दा मकसद की हुंदा कि माया इकट्ठी करनी, लोकां नूं भरम च पा के। कोई भी धर्म है, चाहे अपना धर्म है, सिख धर्म है, चाहे ईसाई है, चाहे इस्लाम है, क्योंकि आम असीं को उन्हां नूं लै लैंदे धर्म नूं, लेकिन क्योंकि उस समय हाले सिख शुरुआत हुई सी। फिर भी गुरु साहिबां ने बाणी दे विच सिखां दे बारे भी लिख दिता है कि जे उन्हां दा
गुरु अंधला होएगा थे सिख भी अंधे ही कर्म करनगे। गुरु जिन्हां का अंधला सिख भी अंधे कर्म करें। इस करके समझाउंदे ने कि ऐसे ब्राह्मण डुबदे ने। की करदा है ब्राह्मण? दान दे कर पूजा करना। पूजा करदा है पर क्यों? पहला माया लेंदा है, भेट लेंदा, भेटा लेंदा है, क्योंकि उसनूं ना की देता भेटा दा। भेटा हुंदी भी कोई शरदा दे नाल कुछ देता, लेकिन वो दसदे ने भी साडी इन्नी भेटा होएगी। भेटा दा नाम भी भेट तां कोई बंदा खुश होकर कुछ भी दे देवे किसी नूं, उहनूं भेट कह देंदे। पर इत्थे भेटा भी बनती भी इन्नी साडी भेटा देओगे सानूं, फिर असीं पूजा करांगे। लैत देत उन मुकर परना। जिहड़ा लैण देण दे विच करदा है पूजा, वो फिर प्रभु नूं नहीं पाउंदा, क्योंकि ये तां भगती चाह दे विच है। इस करके वो प्रभु नूं नहीं पाउंदी। ते फिर की हुंदा ऐसे जीवन दा? कहंदे जितदार ब्राह्मण, जितदार तू है ब्राह्मण जाना। कि फिर जिस दिन तैनूं जाना पैना संसार चों, क्योंकि किहड़े दर ते जाएगा? प्रभु दे दर ते तां सच्चा ब्राह्मण जांदा है, जिन्हें कुछ लैना नहीं, जिहड़ा चौ दे विच भगती करदा है, सिर्फ प्रभु दी ही विचार करदा है, प्रभु दे ही गुण गाउंदा है। पर जिहड़ा तू पखंड करदा है, पैसे लैके पूजा करदा है, जिस दिन तू जाएगा कित्थे? धर्मराज ते। फिर पछताना पएगा। तित दर तू ही है पछताना। जो भी जीव चाहे किसी धर्म च है, जिहड़ा पैसे लैके पूजा करदा है, पूजा दा तान खांदा है, मलेश है, ते सब तो वध सजा है सख्त। ऐसे जीवां नूं महाराज समझाउंदे ने भी ऐसे जिहड़े बाहरों तपे दिसदे ने, भी उत्थे खड़ा करो इनूं जिथे महा हथियारा। इस तपे नूं तिथे खड़ा पायो जिथे महा हत्यारिया। इन्नी सजा है जिहड़े जीव पूजा दा तान खांदे ने। इस करके समझाउंदे ने कि फिर तैनूं पछताउणा पैना है। तू हुण ब्राह्मण है, अगे होर समझदे हाँ, तां कि सानूं ये ना हो जावे कि किते सच्चे ब्राह्मण नूं क्या है। पखंडी दी गल है इत्थे। अंतर लोभ फिरे हलकाए। कहते अंदर लोभ है, हल्के कुत्ते वांगू भजे फिरदे ने पैसे वास्ते। कुछ और नहीं है प्रभु की भगती का, प्रभु की विचार का, प्रभु के गुण गाउण का मकसद की है? माया। निंदा करे सिर भार उठाए। फिर प्रभु की विचारता आउंदी नहीं, ब्रह्म की विचारता आउंदी नहीं। एक दूजे दे बारे बुरा बोलना, निंदा करनी है, दूजे धर्म की निंदा करनी है, दूजे जिहड़े धर्म के पैरोकार होए उन्हां दी निंदा करनी है। क्योंकि अज जिहड़ा आपां देखदे हाँ, यही बन गया है कि दूजे धर्म के जिहड़े जिसनूं मनदे ने उसे दी ही निंदा करी जानी। पर की करदा है? निंदा करके अपने सिर ते पार उठाउंदा है, पंडा उठाउंदा पापां दियां, जिहदा फिर इसनूं अंत समय चकणियां पैंदियां ते अगे जाके इसका लेखा देना पैंदा, नरक भोगने पैंदे ने। क्योंकि निंदा किसी की भी भली नहीं, पर जे असीं उन्हां दी निंदा करांगे जिन्हां नूं प्रभु ने आप साज के भेजिया संसार दे विच, फिर तां सानूं बहुत सख्त सज़ा मिलेगी। मतलब कहते निंदा भली किसी की नहीं, मनमुख मुग्ध करन, मुँह काले तिना निंदका नरके घोर पवन। माया मूठा चेतै नहीं। कहते माया दे विच इन्ना ग्रस्त है जीव, ये ब्राह्मण पेखी, कि प्रभु नूं चेते नहीं करता, सिर्फ माया दे विच ही इसका चित जुड़िया होया है।
ਭਰਮੇ ਭੁੱਲਾ ਬਹੁਤੀ ਰਾਹੀ, ਕਹਿੰਦੇ ਭਰਮ ਦੇ ਵਿੱਚ ਭੁੱਲਿਆ ਹੈ, ਹੋਰ ਕੰਮਾਂ ਵਾਸਤੇ ਹੀ ਭਟਕਦਾ ਫਿਰਦਾ ਹੈ। ਹੋਰ ਹੀ ਮਕਸਦ ਨੇ ਇਸਦੇ, ਪ੍ਰਭੂ ਨੂੰ ਮਿਲਣ ਦਾ ਮਨੋਰਥ ਨਹੀਂ ਹੈ, ਪ੍ਰਭੂ ਨੂੰ ਮਿਲਣ ਦੇ ਮਾਰਗ 'ਤੇ ਨਹੀਂ ਚੱਲਦਾ, ਹੋਰ ਮਾਰਗਾਂ 'ਤੇ ਭਟਕਿਆ ਹੋਇਆ ਹੈ। ਬਾਹਰ ਭੇਖ ਕਰੇ ਕਨੇਰੇ, ਬਾਹਰ ਬਹੁਤ ਤਰ੍ਹਾਂ ਦੇ ਭੇਖ ਕਰਦਾ, ਜਨਾਉਣ ਦੀ ਕੋਸ਼ਿਸ਼ ਕਰਦਾ ਵੀ ਹਾਂ ਮੈਂ ਬ੍ਰਾਹਮਣ ਹਾਂ, ਮੈਂ ਬ੍ਰਹਮ ਨੂੰ ਜਾਣਦਾ ਹਾਂ, ਮੈਂ ਹੀ ਉਸ ਦਾ ਅਸਲੀ ਪੁਜਾਰੀ ਹਾਂ, ਮੈਂ ਹੀ ਦਾਨ ਲੈਣ ਦਾ ਅਸਲੀ ਹੱਕਦਾਰ ਹਾਂ। ਅੰਤਰ ਵਿਖਿਆ ਉਤਰੀ ਘੇਰੇ, ਪਰ ਅੰਦਰ ਵਿਖ ਹੈ, ਜ਼ਹਿਰ ਹੈ, ਤ੍ਰੈਗੁਣ ਮਾਇਆ ਦੇ ਵਿਚਾਰਾਂ ਨੇ ਮਨ ਘੇਰਿਆ ਹੋਇਆ ਹੈ। ਅਬਰ ਉਪਦੇਸ਼ ਹੈ ਆਪ ਨਾ ਬੂਝੈ, ਹੋਰਾਂ ਨੂੰ ਉਪਦੇਸ਼ ਕਰਦਾ ਹੈ, ਆਪ ਬੁਝਿਆ ਨਹੀਂ ਹੈ। ਐਸਾ ਬ੍ਰਾਹਮਣ ਕਹੀ ਨਾ ਸੀਜੈ, ਐਸਾ ਬ੍ਰਾਹਮਣ ਮਹਾਰਾਜ ਕਹਿੰਦੇ ਕਦੇ ਵੀ ਸਿੱਝ ਵੀ ਨਹੀਂ ਸਕਦਾ, ਸੋਝੀ ਲੈ ਵੀ ਨਹੀਂ ਸਕਦਾ, ਕਿਉਂਕਿ ਉਸ ਦਾ ਮਕਸਦ ਹੀ ਨਹੀਂ ਹੈ ਪ੍ਰਭੂ ਨੂੰ ਮਿਲਣਾ। ਜਿਵੇਂ ਗੁਰਬਾਣੀ ਦੇ ਵਿੱਚ ਜਿਹੜੇ ਅੱਜ ਦੇ ਆਪਾਂ ਦੇਖਦੇ, ਅੱਜ ਸੰਤ ਸ਼ਬਦ ਬਹੁਤ ਚੱਲਦਾ ਹੈ, ਅਤੇ ਗੁਰੂ ਸਾਹਿਬਾਂ ਨੇ ਇਸ ਜਿਹੜੇ ਜਿਵੇਂ ਬ੍ਰਾਹਮਣ ਦੀ ਗੱਲ ਕੀਤੀ, ਇੱਦਾਂ ਹੀ ਅਸੰਤ ਅਨਾੜੀ ਦੀ ਗੱਲ ਕੀਤੀ ਹੈ। ਜਿਹੜੇ ਸਿਰਫ ਮਾਇਆ ਤੱਕ ਹੀ ਕਥਾ ਕਰਦੇ ਨੇ, ਉਹਨਾਂ ਨੂੰ ਗੁਰਬਾਣੀ ਸੰਤ ਨਹੀਂ ਕਹਿੰਦੇ, ਅਸੰਤ। ਮਹਾਰਾਜ ਸਮਝਾਉਂਦੇ ਨੇ, ਅਸੰਤ ਅਨਾੜੀ ਕਦੇ ਨਾ ਬੂਝੈ, ਕਥਨੀ ਕਰੇ ਮਾਇਆ ਨਾ ਲੂਝੈ। ਇਹ ਕਦੇ ਵੀ ਸੋਝੀ ਨਹੀਂ ਲੈ ਸਕਦੇ। ਇੱਦਾਂ ਜਿਹੜੇ ਬਾਹਰੀ ਭੇਖੀ ਬ੍ਰਾਹਮਣ ਨੇ, ਇਹ ਕਦੇ ਵੀ ਪ੍ਰਭੂ ਦੇ ਨਾਲ ਮਿਲ ਨਹੀਂ ਸਕਦੇ, ਕਿਉਂਕਿ ਨਾ ਇਹ ਗਿਆਨ ਹੀ ਲੈ ਸਕਦੇ ਨੇ, ਕਿਉਂਕਿ ਇਹਨਾਂ ਨੂੰ ਆਪਣੇ ਹੀ ਬਾਹਰੀ ਭੇਖ ਕਰਕੇ ਲੋਕਾਂ ਨੂੰ ਠੱਗਣ ਵਾਸਤੇ ਹੀ ਇਹ ਵਿਚਾਰਾ ਕਰਦੇ ਰਹਿੰਦੇ ਨੇ। ਨਿੱਤਾ ਪ੍ਰਤ ਬਰਿਆਈ ਹੀ ਚਿਤਵਦੇ ਨੇ ਅਤੇ ਐਸੇ ਡੁੱਬਦੇ ਨੇ। ਮੂਰਖ ਬ੍ਰਾਹਮਣ ਪ੍ਰਭੂ ਸੰਭਾਲ, ਹੁਣ ਐਸੇ ਬ੍ਰਾਹਮਣ ਨੂੰ ਵੀ ਕਹਿੰਦੇ ਨੇ ਕਿ ਹੇ ਮੂਰਖ ਬ੍ਰਾਹਮਣ ਭੇਖੀ, ਤੂੰ ਪ੍ਰਭੂ ਨੂੰ ਸੰਭਾਲ, ਤੂੰ ਜਿਹੜਾ ਅਸਲੀ ਕਰਮ ਹੈ। ਦੇਖ ਤੂੰ ਸੁਣ ਤੇਰੇ ਹੈ ਨਾਲ, ਉਹ ਤੈਨੂੰ ਦੇਖ ਵੀ ਰਿਹਾ ਹੈ, ਉਹ ਸੁਣ ਵੀ ਰਿਹਾ ਹੈ, ਤੇਰੇ ਨਾਲ ਹੀ ਵਸਦਾ ਹੈ। ਇਸ ਕਰਕੇ ਤੂੰ ਉਸ ਪ੍ਰਭੂ ਨੂੰ ਸੰਭਾਲ। ਕਹੋ ਨਾਨਕ ਜੇ ਹੋ ਵੀ ਭਾਗ, ਅਤੇ ਹੁਣ ਸਤਿਗੁਰੂ ਸਮਝਾਉਂਦੇ ਨੇ, ਜੇ ਭਾਗ ਹੋਣ ਕਹਿੰਦੇ ਕਿਸੇ ਜੀਵ ਦੇ, ਮਾਨ ਛੋੜ ਗੁਰ ਚਰਨੀ ਲੱਗ, ਫਿਰ ਉਹ ਆਪਣਾ ਹੰਕਾਰ ਛੱਡਦਾ ਹੈ, ਆਪਣੇ ਗਿਆਨ ਦਾ ਹੰਕਾਰ ਛੱਡਦਾ ਹੈ, ਆਪਣਾ ਦਿਖਾਵਾ ਛੱਡਦਾ ਹੈ, ਫਿਰ ਗੁਰ ਦੀ ਚਰਨੀ ਲੱਗਦਾ ਹੈ, ਕਿਉਂਕਿ ਗੁਰ ਫਿਰ ਸਾਨੂੰ ਪ੍ਰਭੂ ਦੇ ਨਾਲ ਮਿਲਾਪ ਕਰਾਉਂਦਾ ਹੈ। ਜਦ ਤੱਕ ਗੁਰ ਦਾ ਗਿਆਨ ਨਹੀਂ, ਪਰ ਗੁਰ ਦੇ ਚਰਨੀ ਉਹ ਹੀ ਲੱਗਦਾ ਜਿਹੜਾ ਆਪਣੇ ਗਿਆਨ ਦਾ ਹੰਕਾਰ ਛੱਡਦਾ ਹੈ, ਜਿਹਦਾ ਮਨੋਰਥ ਮਾਇਆ ਨਹੀਂ ਹੈ, ਪੂਜਾ ਦਾ ਤਾਨ ਨਹੀਂ ਖਾਣਾ, ਜਿਹਦੇ ਅੰਦਰ ਪ੍ਰਭੂ ਦਾ ਪਿਆਰ ਹੈ, ਜਿਸ ਦੇ ਅੰਦਰ ਚਾਅ ਹੈ ਕਿ ਪ੍ਰਭੂ ਦੀ ਸਿਫਤ ਸਲਾਹ ਕਰਨੀ ਹੈ। ਕਿਉਂਕਿ ਕਰਮ ਦੇ ਵਾਸਤੇ ਮਾਲਕ ਨੇ ਸਾਨੂੰ ਕਰਮ ਇੰਦਰੀਆਂ ਦਿੱਤੀਆਂ ਨੇ, ਹੱਥ ਪੈਰ ਦਿੱਤੇ ਨੇ, ਆਪਾਂ ਕੋਈ ਵੀ ਕਰਮ ਕਰ ਸਕਦੇ ਹਾਂ। ਕਰਮ ਕੋਈ ਵੀ ਮਾੜਾ ਨਹੀਂ, ਪਰ ਕਰਮ ਸਾਡਾ ਸੱਚਾ ਸੁੱਚਾ ਹੋਵੇ, ਇਮਾਨਦਾਰੀ ਨਾਲ ਹੋਵੇ। ਕੋਈ ਕਰਮ ਮਾੜਾ ਨਹੀਂ, ਬਿਜ਼ਨਸ ਨਹੀਂ ਮਾੜਾ, ਖੇਤੀ ਨਹੀਂ ਮਾੜੀ, ਨੌਕਰੀ ਨਹੀਂ ਮਾੜੀ, ਵਪਾਰ ਨਹੀਂ ਮਾੜਾ, ਕੁਛ ਵੀ ਮਾੜਾ ਨਹੀਂ ਹੈ, ਪਰ ਆਪਣੇ ਮਨ ਦੇ ਨਾਲ, ਸੱਚੇ ਮਨ ਦੇ ਨਾਲ ਕਰੀਏ। ਅਤੇ ਪ੍ਰਭੂ ਦੀ ਜਿਹੜੀ ਸਿਫਤ ਸਲਾਹ ਹੈ ਇਹ ਚਾਅ ਦੇ ਵਿੱਚ, ਕਿਉਂਕਿ ਇਹ ਮਨ ਦੇ ਵਾਸਤੇ ਕਰਨੀ ਹੈ, ਸੰਸਾਰੀ ਕਰਮ ਤਨ ਦੇ ਵਾਸਤੇ ਹੈ। ਸੋ ਅਗਲਾ ਸ਼ਬਦ ਫਿਰ ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਹੈ। ਰਹੋ ਪੰਕਤੀਆਂ ਨੇ, ਤਪਤ ਬੁਝੀ ਗੁਰ ਸ਼ਬਦੀ ਮਾਏ। ਹੁਣ ਇਹ ਤਪਤ ਹੈ ਜਿਹੜੀ ਬਾਹਰਲੀ, ਬਾਹਰ ਭੇਖ ਅੰਤਰ ਮਲ ਮਾਇਆ, ਸ਼ਬਦ ਨਹੀਂ ਕਛ ਕਰੇ ਛੁਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਆਨ, ਅੰਤਰ ਅਗਨ ਬਾਹਰ ਤਨ ਸੁਆਗਲ, ਪਾਥਰ ਕੈਸੇ ਤਰੇ ਅੱਥਾ। ਇਹ ਗੁਰ ਦਾ ਸ਼ਬਦ ਲੈ ਕੇ, ਗੁਰ ਦਾ ਗਿਆਨ ਲੈ ਕੇ ਹੀ ਇਹ ਤਪਤ ਬੁਝਦੀ ਹੈ ਮਾਇਆ ਦੀ ਅਗਨ ਦੀ।
ਬਿਨਸ ਗਇਓ ਤਾਪ ਸਭ ਸਹਿਸਾ, ਗੁਰ ਸੀਤਲ ਮਿਲਿਓ ਸਹਿਜ ਸੁਪਾਏ। ਕਹਿੰਦੇ ਹੁਣ ਉਹ ਠੰਡਾ ਗੁਰ ਮਿਲ ਗਿਆ, ਉਹ ਪ੍ਰਭੂ ਮਿਲ ਗਿਆ, ਸੀਤਲ ਹੈ ਜਿੱਥੇ, ਕਿਉਂਕਿ ਕਲਯੁਗ ਤੱਤਾ ਹੈ, ਨਾਮ ਠੰਡਾ ਹੈ। ਪ੍ਰਭੂ ਦੀ ਸਿਫਤ ਸਲਾਹ ਕਰਕੇ ਮਨ ਤੇ ਤਨ ਸ਼ਾਂਤ ਹੁੰਦੇ ਨੇ। ਛਾਤੀ ਸੀਤਲ ਮਨ ਸੁਖੀ, ਸ਼ੰਤ ਗੋਬਿੰਦ ਗੁਣ ਗਾਏ। ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ। ਸਤਿਗੁਰ ਸਮਝਾਉਂਦੇ ਨੇ ਬਈ ਜਿਨ੍ਹਾਂ ਦਾ ਮਨ ਸੀਤਲ ਹੋਵੇ, ਤਨ ਛਾਤੀ ਸੁਖ ਸੀਤਲ ਹੋਵੇ, ਮਨ ਸੁਖੀ ਹੋਵੇ, ਤੇ ਐਸੇ ਜੀਵ ਪ੍ਰਭੂ ਦੇ ਗੁਣ ਗਾਉਂਦੇ ਹੋਣ। ਐਸੇ ਜੀਵਾਂ ਦਾ ਸਾਨੂੰ ਦਾਸ ਬਣਾ ਦਿਓ। ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ। ਵੀ ਐਸੇ ਦਾਸਾਂ ਦਾ ਸਾਨੂੰ ਸੰਗ ਬਖਸ਼ਿਸ਼ ਕਰੋ। ਉਹ ਸਾਨੂੰ ਦੱਸ ਸਕਦੇ ਨੇ ਕਿਵੇਂ ਆਪਾਂ ਉਸ ਪ੍ਰਭੂ ਨੂੰ ਪਾਉਣਾ ਹੈ। ਉਸ ਕਰਕੇ ਇੱਥੇ ਇਹ ਸਾਨੂੰ ਸਮਝਾਉਂਦੇ ਨੇ ਕਿ ਫਿਰ ਤਪਤ ਬੁਝੀ ਹੈ। ਜਦੋਂ ਗੁਰ ਦਾ ਸ਼ਬਦ ਲਿਆ, ਜਿਹਦੇ ਨਾਲ ਕੀ ਹੋਇਆ ਕਿ ਇਹ ਜਿਹੜਾ ਮਾਇਆ ਦਾ ਤਾਪ ਸੀ, ਤ੍ਰੈ ਗੁਣਾਂ ਦਾ, ਇਹ ਫਿਰ ਬਿਨਸ ਗਿਆ। ਬਿਨਸ ਗਇਓ ਤਾਪ ਸਭ ਸਹਿਸਾ, ਭਰਮ ਖਤਮ ਹੋ ਗਿਆ। ਗੁਰ ਸੀਤਲ ਮਿਲਿਓ, ਉਹ ਮਿਲ ਗਿਆ ਗੁਰ ਜਿਹੜਾ ਠੰਡਾ ਹੈ, ਜਿਹੜਾ ਪਰ ਕਦੋਂ ਮਿਲਿਆ? ਜਦੋਂ ਪ੍ਰਭੂ ਨੂੰ ਪਾਇਆ। ਸਹਿਜ ਸੁ ਪਾਏ, ਸਹਿਜ ਪਰਮੇਸ਼ਰ ਨੂੰ ਕਿਹਾ ਹੈ। ਜਦੋਂ ਉਹਨੂੰ ਪਾ ਗਿਆ, ਉਹਦੀ ਕਿਰਪਾ ਸਦਕਾ ਹੀ ਫਿਰ ਇਹ ਸਾਰਾ ਕੁਛ ਹੁੰਦਾ ਹੈ। ਆਓ ਸ਼ਬਦ ਇਹ ਰਹੋ ਪੰਕਤੀਆਂ ਸੀ ਔਰ ਸ਼ਬਦ ਸ਼ੁਰੂ ਕਰਦੇ ਹਾਂ। ਦੁਖ ਰੋਗ ਭਏ ਗਤ ਧਨ ਤੇ, ਮਨ ਨਿਰਮਲ ਹਰ ਹਰ ਗੁਣ ਗਾਏ। ਕਹਿੰਦੇ ਦੁੱਖ ਰੋਗ ਇਹ ਤਨ ਤੋਂ ਚਲੇ ਗਏ, ਫਿਰ ਜਾ ਕੇ ਸਾਡੀ ਗਤ ਹੁੰਦੀ ਹੈ। ਪ੍ਰਭੂ ਦੇ ਦਰ 'ਤੇ ਅਸੀਂ ਪ੍ਰਵਾਨ ਹੁੰਦੇ ਹਾਂ। ਮਨ ਨਿਰਮਲ ਹੋ ਜਾਂਦਾ ਹੈ, ਫਿਰ ਜੀਵ ਹਰੀ ਦੇ ਗੁਣ ਗਾਉਂਦਾ ਹੈ। ਭਏ ਆਨੰਦ ਮਿਲ ਸਾਧੂ ਸੰਗ, ਕਹਿੰਦੇ ਫਿਰ ਐਸੇ ਜੀਵ ਨੂੰ ਮਿਲ ਕੇ ਸਾਧੂ ਜਨਾਂ ਨੂੰ ਜਿਹੜੇ ਗੁਣ ਗਾਉਂਦੇ ਨੇ ਪ੍ਰਭੂ ਦੇ। ਭਏ ਆਨੰਦ ਮਿਲ ਸਾਧੂ ਸੰਗ, ਅਬ ਮੇਰਾ ਮਨ ਕਤ ਹੀ ਨਾ ਜਾਏ। ਕਹਿੰਦੇ ਹੁਣ ਮੇਰਾ ਮਨ ਕਿਤੇ ਨਹੀਂ ਡੋਲਦਾ, ਕਿਸੇ ਪਾਸੇ ਨਹੀਂ ਜਾਂਦਾ। ਬਿਨਸ ਗਿਆ ਸਾਰਾ ਕੁਛ ਹੀ, ਮਨ ਨਿਰਮਲ ਹੋ ਗਿਆ। ਪਰ ਜਦੋਂ ਸਾਧੂ ਜਨਾਂ ਦਾ ਸੰਗ ਕਰਕੇ ਹਰੀ ਦੇ ਗੁਣਾਂ ਨੂੰ ਸਰਵਣ ਕੀਤਾ, ਕਿਉਂਕਿ ਗਾਉਣ ਵਾਲਾ ਗਾਉਂਦਾ ਹੈ, ਦੂਜਾ ਸੁਣਦਾ ਹੈ। ਕੋ ਗਾਵੇ ਕੋ ਸੁਣੇ, ਕੋ ਉਚਰ ਸੁਣਾਵੇ। ਕੋਈ ਉਚਰ ਕੇ ਸੁਣਾਉਂਦਾ ਹੈ, ਗਾਉਂਦਾ ਹੈ, ਕੋਈ ਸੁਣਦਾ ਹੈ। ਕਹਿੰਦੇ ਹੁਣ ਮਨ ਸ਼ਾਂਤ ਹੋ ਗਿਆ ਹੈ, ਹੋਰ ਪਾਸੇ ਨਹੀਂ ਜਾਂਦਾ, ਕਿਉਂਕਿ ਹੋਰ ਪਾਸੇ ਮਨ ਨੂੰ ਦੁੱਖ ਲੱਗਦਾ ਹੈ। ਆਪਣੇ ਘਰ ਦੇ ਵਿੱਚ ਮਨ ਨੂੰ ਆਨੰਦ ਆਉਂਦਾ ਹੈ। ਤਾਵਤ ਰਹੇ ਏਕ ਇੱਕ ਬੂਝਿਆ, ਆਏ ਬਸੇ ਅਬ ਨਿਸ਼ਚਲ ਥਾਏ। ਕਹਿੰਦੇ ਪਹਿਲਾਂ ਤਾਵਦਾ ਸੀ ਦਸਾਂ ਦਿਸ਼ਾਵਾਂ ਨੂੰ, ਪਰ ਹੁਣ ਗੁਰ ਦੇ ਗਿਆਨ ਦੁਆਰਾ ਇੱਕ ਨੂੰ ਬੁੱਝ ਲਿਆ। ਹੁਣ ਮਨ ਜਿਹੜਾ ਸਾਡਾ ਕਿੱਥੇ ਆ ਕੇ ਵਸ ਗਿਆ? ਜਿਹੜੀ ਨਿਸ਼ਚਲ ਥਾਂ ਹੈ, ਜਿਹੜੀ ਅਚਲ ਹੈ। ਸੰਸਾਰ ਜਿਹੜਾ ਚੱਲਣ ਦੇ ਵਿੱਚ ਹੈ, ਚੱਲਣਹਾਰ ਹੈ। ਜੋ ਵੀ ਦਿਸਦਾ ਹੈ ਸਭ ਚੱਲਣ ਦੇ ਵਿੱਚ ਹੈ। ਜੋ ਦਿਸੇ ਸੋ ਚੱਲਣਹਾਰ, ਲਪਟ ਰਿਹਾ ਸੋ ਅੰਧ ਅੰਧਾਰ। ਪਰਮੇਸ਼ਰ ਅਚਲ ਹੈ, ਅਚਲ ਮੂਰਤ, ਅਨੁਭਵ ਪ੍ਰਕਾਸ਼। ਉਹ ਅਨੁਭਵ ਪ੍ਰਕਾਸ਼ ਰੂਪ ਹੈ, ਉਹ ਨਿਸ਼ਚਲ ਹੈ, ਉਹ ਚੱਲ ਹੈ। ਉਹ ਥਾਂ ਕਹਿੰਦੇ ਸਾਨੂੰ ਪ੍ਰਾਪਤ ਹੋ ਗਿਆ, ਉੱਥੇ ਵਾਸਾ ਹੋ ਗਿਆ। ਜਗਤ ਉਦਾਹਰਨ ਸੰਤ ਤੁਮਾਰੇ, ਦਰਸ਼ਨ ਪੇਖਤ ਰਹੇ ਆਗਾਏ। ਹੁਣ ਜਿਹੜੇ ਸੰਤ ਨੇ ਪ੍ਰਭੂ ਦੇ, ਇੱਕ ਅਨਾੜੀ ਸੰਤ ਦੀ ਆਪਾਂ ਵਿਚਾਰ ਕੀਤੀ, ਇੱਕ ਸੰਤ ਨੇ। ਹੁਣ ਜਿਹੜੇ ਸੰਤ ਨੇ ਪ੍ਰਭੂ ਦੇ, ਉਹਦੇ ਦਰਸ਼ਨ ਕਰਦੇ ਨੇ, ਦੇਖ ਕੇ ਤ੍ਰਿਪਤ ਨੇ। ਦਰਸ਼ਨ ਪੇਖਤ ਰਹੇ ਆਗਾਏ। ਉਹ ਫਿਰ ਜਗਤ ਦਾ ਉਦਾਰ ਕਰਦੇ ਨੇ, ਉਹ ਜਗਤ ਨੂੰ ਗਿਆਨ ਦਿੰਦੇ ਨੇ। ਜਗਤ ਉਦਾਹਰਨ ਸੰਤ ਤੁਮਾਰੇ, ਕਹਿੰਦੇ ਜਗਤ ਨੂੰ ਉਦਾਹਰਨ ਕੌਣ? ਸੰਤ ਜਿਹੜੇ ਪ੍ਰਭੂ ਦੇ। ਕਿਹੋ ਜਿਹੇ? ਦਰਸ਼ਨ ਪੇਖਤ ਰਹੇ ਅਗਾਏ, ਜਿਹੜੇ ਉਸ ਦੇ ਦਰਸ਼ਨ ਕਰਦੇ ਨੇ, ਤ੍ਰਿਪਤ ਨੇ। ਉਸ ਘਰ ਦੇ ਵਿੱਚ ਵਾਸਾ ਹੈ ਜਿੱਥੇ ਪ੍ਰਭੂ ਦਾ ਵਾਸਾ ਹੈ।
ਜਨਮ ਦੋਖ ਪਰੇ ਮੇਰੇ ਪਾਛੈ, ਆਪ ਪਕਰੇ ਨਿਚਲ ਸਾਧੂ ਪਾਏ। ਕਦੇ ਹੁਣ ਮੈਂ ਕੀ ਕੀਤਾ ਕਿ ਮੈਂ ਹੁਣ ਸਾਧੂ ਦੇ ਚਰਨ ਪਕੜ ਲਏ। ਪਾਏ ਹੁੰਦਾ ਪੈਰ। ਹੁਣ ਸਾਧੂ ਕੀ ਹੈ? ਸਰੀਰ ਨਹੀਂ ਹੈ ਕਿ ਅਸੀਂ ਸਰੀਰ ਦੇ ਪੈਰਾਂ ਨੂੰ ਪਕੜ ਲਈਏ। ਸਾਧੂ ਦੇ ਬਚਨ ਗੁਰ। ਉਹਦੇ ਨਾਲ ਕੀ ਹੋ ਗਿਆ? ਕਹਿੰਦੇ ਜਨਮ ਦੋਖ ਪਰੇ ਮੇਰੇ ਪਾਸ਼ੇ, ਵੀ ਇਹ ਜਨਮ ਦੇ ਵਿੱਚ ਜਿਹੜੇ ਮੈਂ ਦੋਖ ਕੀਤੇ ਸੀ, ਪਾਪ ਕੀਤੇ ਸੀ, ਉਹ ਮੇਰੇ ਖਤਮ ਹੋ ਗਏ, ਲਾ ਦਿੱਤੇ। ਕਿਉਂਕਿ ਸਾਧੂ ਜਨਾਂ ਤੋਂ ਬਚਨਾਂ ਨੂੰ ਮੈਂ ਮਨ ਦੇ ਵਿੱਚ ਵਸਾ ਲਿਆ, ਆਪਣੇ ਹਿਰਦੇ ਵਿੱਚ ਵਸਾ ਲਿਆ। ਸਹਿਜ ਧੁਨ ਗਾਵੈ ਮੰਗਲ ਮਨੁਆ, ਅਬ ਤਾਕੋ ਫੁਨ ਕਾਲ ਨਾ ਖਾਏ। ਸਹਿਜ ਧੁਨ ਗਾਉਂਦਾ ਹੈ, ਉਹ ਮੰਗਲ ਹੈ ਪ੍ਰਭੂ ਦਾ। ਪਰ ਕੌਣ ਗਾਉਂਦਾ ਹੈ? ਮਨ। ਜਿਨ੍ਹਾਂ ਨੇ ਇਹ ਗਿਆਨ ਲਿਆ। ਗਾਉਣੇ ਵਾਲਾ ਸਾਧੂ ਸਹਿਜ ਧੁਨ ਗਾਉਂਦਾ ਹੈ, ਸੁਣਨੇ ਵਾਲੇ ਸੁਣਦੇ ਨੇ, ਜਿਹਦੇ ਦੁਆਰਾ ਆਪਾਂ ਨੂੰ ਉਸ ਪ੍ਰਭੂ ਦਾ ਭੇਤ ਆਉਂਦਾ ਹੈ। ਜਿਨ੍ਹਾਂ ਨੇ ਸੁਣ ਲਈ, ਕਿਉਂਕਿ ਗਾਉਣ ਵਾਲਾ ਤਾਂ ਪਹਿਲਾ ਮੁਕਤ ਹੈ, ਜਿਹਨੇ ਸੁਣ ਲਿਆ ਉਹ ਵੀ ਮੁਕਤ ਹੋ ਜਾਂਦਾ ਹੈ। ਉਹਨੂੰ ਵੀ ਕਾਲ ਨਹੀਂ ਖਾ ਸਕਦਾ। ਪਰ ਜਿਨ੍ਹਾਂ ਨੇ ਉਸ ਨੂੰ ਆਪਣੇ ਹਿਰਦੇ 'ਚ ਵਸਾ ਲਿਆ, ਜਿਨ੍ਹਾਂ ਨੇ ਸੁਣਿਆ ਤੇ ਛੱਡ ਦਿੱਤਾ, ਮੰਨਿਆ ਨਹੀਂ, ਕਮਾਇਆ ਨਹੀਂ, ਉਹਨਾਂ ਵਾਸਤੇ ਨਹੀਂ। ਜਿਨ੍ਹਾਂ ਸੁਣਿਆ, ਸੁਣ ਕੇ ਮਨ 'ਚ ਵਸਾ ਲਿਆ, ਤੇ ਫਿਰ ਉਹਨਾਂ ਨੂੰ ਕਦੇ ਵੀ ਕਾਲ ਨਹੀਂ ਖਾਂਦਾ। ਕਰਨ ਕਾਰਨ ਸਮਰੱਥ ਹਮਾਰੇ, ਸੁਖਦਾਈ ਮੇਰੇ ਹਰ ਹਰ ਰਾਏ। ਕਹਿੰਦੇ ਹੁਣ ਸਾਡੇ ਘਰ 'ਚ ਕੌਣ ਆ ਕੇ ਵਸ ਗਿਆ? ਕਰਨ ਕਾਰਨ ਕੌਣ ਹੈ? ਇੱਕ ਹੀ ਹੈ ਮਾਲਕ, ਉਹੀ ਸਮਰੱਥ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰਾ ਨਾਹੀਂ ਕੋਈ। ਦੂਜਾ ਨਹੀਂ ਹੈ। ਕਿੱਥੇ ਵਸਦਾ ਹੈ? ਨਾਨਕ ਤਿਸ ਬਲਿਹਾਰਨਾ, ਜਲ ਥਲ ਮਹੀਲ ਸੋਏ। ਜਿਹੜਾ ਵਸਦਾ ਹਰ ਥਾਂ ਹੈ, ਲੇਕਿਨ ਗੁਪਤ ਹੈ। ਜਿਨ੍ਹਾਂ 'ਤੇ ਖੁਸ਼ ਹੁੰਦਾ, ਉਹਨਾਂ ਦੇ ਹਿਰਦੇ 'ਚ ਪ੍ਰਗਟ ਹੋ ਜਾਂਦਾ ਹੈ। ਉਹ ਸਮਰੱਥ ਪ੍ਰਭੂ ਕਹਿੰਦੇ ਹੁਣ ਸੁੱਖ ਦੇਣ ਵਾਲਾ ਮੇਰੇ ਹਿਰਦੇ ਦੇ ਵਿੱਚ ਆ ਕੇ ਬਸ ਗਿਆ ਹੈ। ਨਾਨਕ ਤੇਰਾ ਨਾਮ, ਤੇਰਾ ਜਪ ਜੀਵੈ ਨਾਨਕ, ਓਤ ਪੋਤ ਮੇਰਾ ਸੰਗ ਸਹਾਏ। ਹੁਣ ਕਹਿੰਦੇ ਜੀਵਨ ਕਿਵੇਂ ਹੋ ਗਿਆ? ਉਹਦਾ ਨਾਮ ਜਪ ਕੇ। ਤੇ ਕਿੱਥੇ ਕਦੋਂ ਜਪਿਆ ਜਾਂਦਾ? ਓਤ ਪੋਤ ਮੇਰੇ ਸੰਗ ਸਹਾਏ। ਲੋਕ 'ਚ ਵੀ ਸੰਗ, ਪਰਲੋਕ ਵੀ ਸੰਗੀ। ਜਿੱਥੇ ਜਦੋਂ ਪ੍ਰਗਟ ਹੋ ਗਿਆ, ਫਿਰ ਆਪਾਂ ਲੋਕ ਤੇ ਪਰਲੋਕ ਸਾਨੂੰ ਸੋਝੀ ਹੋ ਜਾਂਦੀ। ਲੋਕ ਕੀ ਹੈ, ਪਰਲੋਕ ਕੀ ਹੈ? ਲੋਕ ਜੋ ਦ੍ਰਿਸ਼ਟਮਾਨ ਹੈ, ਤੇ ਪਰਲੋਕ ਨਿਰੰਕਾਰ ਹੈ, ਗਗਨ ਮੰਡਲ। ਫਿਰ ਸੰਸਾਰ 'ਚ ਵੀ, ਸਾਰੇ ਜੀਵਾਂ 'ਚ ਵੀ ਉਸ ਦੀ ਜੋਤ ਹੈ। ਤੇ ਚੌਥੇ ਪਾਦ ਵਿੱਚ ਆਪ ਨਿਰਲੇਪ ਵੀ ਬੈਠਾ ਹੈ। ਸਾਡੇ ਅੰਦਰ ਜੋਤ ਹੈ, ਪਰ ਕਿੱਥੇ ਰੱਖੀ ਹੈ? ਨੇਤਰਾਂ ਦੇ ਵਿੱਚ। ਪ੍ਰਭੂ ਨੇ ਸਭ ਤੋਂ ਉੱਚੇ ਥਾਂ ਨੇਤਰ ਨੇ ਸਾਡੇ ਸਰੀਰ ਦੇ ਵਿੱਚ, ਤੇ ਉਸ ਦੇ ਵਿੱਚ ਬਿੰਦੂ ਹੈ ਜਿਹੜਾ ਵਿਚਾਲੇ, ਉਸ ਦੇ ਵਿੱਚ ਜੋਤ ਹੈ। ਮਾਲਕ ਨੇ ਰੱਖੀ ਹੈ ਮਨ ਦੀ, ਉੱਥੇ ਮਨ ਵਸਦਾ ਹੈ। ਇਸ ਕਰਕੇ ਆਉਂਦਾ, ਸਿਰਫ ਬੈਠਿਆ, ਪੌਣ 'ਚ ਮਿਲਿਆ, ਨੇਤਰਾਂ 'ਚ ਬੈਠਿਆ, ਸੰਸਾਰ ਨਾਲ ਜੁੜ ਗਿਆ, ਪੌਣ ਛੱਡੀ ਤੇ ਚਲੇ ਗਏ। ਜਿਵੇਂ ਰੋਜ਼ ਸ਼ਾਮ ਨੂੰ ਆਪਾਂ ਸੌਂ ਜਾਂਦੇ ਹਾਂ, ਫਿਰ ਸਵੇਰੇ ਪੌਣ 'ਚ ਮਿਲਦੇ, ਸਰੀਰ ਦਾ ਗਿਆਨ ਹੋ ਗਿਆ, ਸੰਸਾਰ ਦਾ ਗਿਆਨ ਹੋ ਗਿਆ। ਸ਼ਾਮ ਨੂੰ ਵਿਚਾਰ ਰੁਕੇ, ਪੌਣ ਛੱਡੀ, ਸਰੀਰ ਨੂੰ ਭੁੱਲ ਗਏ, ਸੰਸਾਰ ਨੂੰ ਭੁੱਲ ਗਏ। ਇਹ ਆਉਣ ਜਾਣ ਇਹ ਸਾਰਿਆਂ ਦਾ ਚੱਲਦਾ ਹੈ, ਲੇਕਿਨ ਆਪਾਂ ਹਰ ਸਮੇਂ ਉਹਦੇ ਵਿੱਚ ਰਹਿ ਸਕਦੇ ਹਾਂ। ਸਾਡੇ ਵਾਸਤੇ ਇੱਕ ਛਿਨ 'ਚ ਲੋਕ ਤੇ ਪਰਲੋਕ। ਆਕਾਰ 'ਚ ਧਿਆਨ ਲੱਗਿਆ ਲੋਕ, ਨਿਰੰਕਾਰ 'ਚ ਧਿਆਨ ਲੱਗਿਆ ਪਰਲੋਕ। ਅਤੇ ਐਸੀ ਅਵਸਥਾ ਵੀ ਬਣ ਜਾਂਦੀ ਕਿ ਨਿਰੰਕਾਰ ਦੇ ਵਿੱਚ ਹੀ ਆਪਾਂ ਫਿਰ ਆਕਾਰਾਂ ਨੂੰ ਦੇਖਦੇ ਹਾਂ। ਸੂਖਮ ਮੈਂ ਜਾਣੈ ਅਸਥੂਲ। ਇਹ ਅਵਸਥਾ 'ਚ ਜਾ ਕੇ ਫਿਰ ਜੀਵ, ਜਿਹਨੂੰ ਆਪਾਂ ਪੰਡਤ ਕਹਿੰਦੇ ਹਾਂ, ਪੰਡਤ ਦੀ ਅਵਸਥਾ ਆ ਜਾਂਦੀ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਸੋ ਪੰਡਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰਸ ਪੀਵੈ ਉਸ ਪੰਡਤ ਕਾ
उपदेश जग जीवे हर की कथा हृदय बसावै, सो पंडित फिर जोन न आवै। वेद पुराण सिमरत बूझै मूल, सूख में जाने अस्थूल। चौं वर्ना को दे उपदेश, नानक उस पंडित को सदा आदेश। सो इस तरीके दे नाल फिर प्रभु साडा संगी हो जाता है। सो प्यारिओ, नाल आपां गुर नूं समझीए कि किवें जाना उहदी शरण दे विच, क्योंकि 2 दिन अपने को समा नहीं सी, आपां सिर्फ अभ्यास ही कीता है। सो आओ अज आपां नाल समझिए करिए कि जाना किवें है कि गुर की है। गुर एक जुगती है, एक विधि है, एक तरीका है, लेकिन दिंदा कौन है? आप मालक अपने जना की रसना ते बैठ के। उसका अपना वचन है। हर कोई जीव ये नहीं दे सकता। जब तक प्रभु का हुक्म नहीं, उदों तक ये साडा दिता व्यर्थ है। क्योंकि जदों वो हुक्म, कुछ कर्म ने जदों किसी की ड्यूटी लगती वही करता है। इदा ही जिन्होंने प्रभु ने यह कर्म चलाया है वही उहदे नाम के बारे आखते ने। इनू मेरा समझाते ने, कर्म मिलै आखण तेरा नाम, जित लग तरना होर ना ही था। सो आओ किवें करना है। 2 नेत्र ने, दोनों दे विच जोत है, दोनों नेत्रां च जोत है। ते किस नूं देखदे हां? संसार नूं। निरंकार नहीं दिसदा। निरंकार की है? अनुभव प्रकाश। क्यों जिहा है? क्यों जिहा प्रकाश है प्रभु दा? जिमें दा लाल हीरे हुंदे ने, शीशा जिमें चमकदा है। शीशे की चमक थोड़ी ज़्यादा ही होंदी, लेकिन कुछ समय वास्ते होंदी, फिर मध्यम पै जाती है। लेकिन हीरे लालां की चमक कदे पुरानी नहीं होंदी, इस करके उन्हां दी इन्नी कीमत है। इदां ही प्रभु का जिहड़ा नाम है ते पालक, उहदा रंग भी इहो जिहा है जिहो जे हीरे लाल ने। वो रंग ही साडे मुख ते चढ़दा है, लेकिन कदों चढ़दा? जदों आपां ध्याउंदे हां। ध्याउण दे वास्ते पहलां सानूं एक दृष्ट होना पैंदा, एक मन एक चित्त होकर ध्याउणा पैंदा है। जब तक कि एक मन एक चित्त नहीं होंदे, प्रभु नूं नहीं ध्या सकदे। सो आओ उस दे वास्ते आपां समझीए, सानूं किवें पता चले कि असीं एक दृष्ट हाँ, साडा मन एक जोत है, एक चित्त हाँ कि 2 दृष्ट हाँ। आपां की करना है कि अपनी जिहड़ी दृष्टि है, इस नूं एक पॉइंट ते इत्थे आपां फोकस करना है। इस पॉइंट ते आपां फोकस करके ये देखना है कि सानू अपना नक दिसदा है या नहीं दिसदा। जेकर नक नहीं दिसदा फिर असीं एक दृष्ट हाँ, जेकर नक दिसदा है फिर आपां 2 दृष्ट हाँ। 2 जोतां वखरियां वखरियां ने। फिर आपां ये देखना है कि किस पासे तो नक दिसदा है, सज्जे दिसदा है, खब्बे दिसदा है या दोनों पासे तो दिसदा है। क्योंकि किसी का ध्यान ज़्यादा सज्जे है उसनूं इक्को पासे दिसदा है, किसी का खब्बे है उसनूं इसे पासे नज़र आउंदा है, किसी का विचाले है उसनूं दोनों पासे तो नज़र आउंदा है। इन्ना अपने आप नूं देखना है। फिर मैं आप जी नूं आवाज़ देवांगा, मेरे वाल देख लो किवें करना है। इस पॉइंट ते सम करके दृष्टि फोकस करके अपने आप नूं देखना है कि नक दिसदा या नहीं दिसदा। जे दिसदा किस पासे दिसदा, सज्जे दिसदा, खब्बे या विचाले दोनों पासे तो। इन्ना देख के इत्थों फिर मैं आप जी नूं आवाज़ देवांगा कि ध्यान सामने लैके आओ। इत्थों आपां सामने देखना है। फिर मैं आप जी नूं आवाज़ देवांगा कि ध्यान मस्तक के सामने ले। आप पलकां उत्ते चुको।
फिर जदों कवांगा सामने, फिर सामने देखना है। फिर जदों कवांगा नक ते सम करके देखो, फिर इत्थे फोकस करके देखना अपने आप नूं। जेकर पहलां आपां नूं नक दिसदा है, ਇਹ विश्वास ਦੇ ਨਾਲ ਧਿਆਨ ਲਾ ਕੇ ਫਿਰ ਜਦੋਂ ਆ ਕੇ ਵਾਪਸ ਦੇਖਣਾ ਹੈ, ਫਿਰ ਆਪਾਂ ਇਹ ਦੇਖਣਾ ਕਿ ਹੁਣ ਨੱਕ ਦਿਸਣੋਂ ਹਟ ਗਿਆ, ਕਿਉਂਕਿ ਨੱਕ ਨਹੀਂ ਦਿਸਣਾ ਚਾਹੀਦਾ। ਜੇ ਨੱਕ ਨਹੀਂ ਦਿਸਦਾ, ਇੱਕ ਦ੍ਰਿਸ਼ਟ ਹੋ ਗਏ। ਇਸ ਪਾਸੇ ਸਾਨੂੰ ਇੱਕ ਹਲਕਾ ਪਰਛਾਈ ਜੀ ਦਿਸ ਸਕਦੀ ਹੈ, ਧੁੰਦਲਾ ਧੁੰਦਲਾ ਦਿਸ ਸਕਦਾ ਇਸ ਪਾਸੇ, ਲੇਕਿਨ ਨੱਕ ਨਹੀਂ ਦਿਸੇਗਾ। ਤੇ ਇਸੇ ਪਾਸੇ ਆਪਣਾ ਫਿਰ ਪ੍ਰਕਾਸ਼ ਹੋਣਾ ਹੈ। ਨੱਕ ਨੇ ਖੱਬੇ ਪਾਸੇ ਹੀਰੇ ਦੀ ਤਰ੍ਹਾਂ ਚਮਕ ਜਾਣਾ ਹੁੰਦਾ ਹੈ ਜਦੋਂ ਆਪਾਂ ਧਿਆਵਾਂਗੇ, ਕਿਉਂਕਿ ਇਸ ਜੋਤ ਨੂੰ ਪਹਿਚਾਣ ਕੇ ਇਸ ਪਾਸੇ ਸੁਖਮਨਾ ਪ੍ਰਗਟ ਹੋ ਜਾਂਦੀ ਆਪਣੇ। ਇਸ ਨੂੰ ਪਹਿਚਾਣ ਕੇ ਆਪਾਂ ਪ੍ਰਭੂ ਨੂੰ ਪਹਿਚਾਣ ਸਕਦੇ, ਨਿਰੰਕਾਰ ਨੂੰ ਪਹਿਚਾਣ ਸਕਦੇ, ਜਿਹੜਾ ਅਨਭਉ ਪ੍ਰਕਾਸ਼ ਹੈ, ਜਿਹੜਾ ਹਰ ਥਾਂ 'ਤੇ ਹੈ। ਸੋ ਆਓ ਨੇਤਰ ਸਮ ਕਰੀਏ, ਪਹਿਲਾਂ ਆਪਣੇ ਆਪ ਨੂੰ ਦੇਖੀਏ। सामने लेके आइए ध्यान, सामने देखिए। मस्तक दे सामने लै जाओ, पलका उत्ते चुक दो। फिर सामने लेके आइए। फिर नक ते सम करके देखिए, फिर दृष्टि फोकस करके अपने आप नूं देखिए तो देखिए कि हुण जे पहला नक दिसदा सी कि हुण दिसणों हट गया। नीचे लै जाओ ध्यान, नीचे जो थले चादर है विछी ਜਾਂ फर्श है, जो भी है, फर्ज करो आप बैड ते बैठे, थले चादर विछी है, चादर तो थोड़ा ऊपर देखना है, रिलैक्स, जोर नहीं लगाना। इत्थे सानू प्रकाश अनुभव होना शुरू हो जाएगा। जिवें ਸਰੋਵਰ ਦੇ ਵਿੱਚ ਜਲ ਦੀਆਂ ਲਹਿਰਾਂ ਹੁੰਦੀਆਂ, ਇੱਥੇ ਸਾਨੂੰ ਪ੍ਰਕਾਸ਼ ਦੀਆਂ ਲਹਿਰਾਂ ਅਨੁਭਵ ਹੋਣੀਆਂ ਸ਼ੁਰੂ ਹੋ ਜਾਣਗੀਆਂ, ਇੱਕ ਹਲਚਲ ਅਨੁਭਵ ਹੋਏਗੀ।
फिर सम करके देखिए अपने आप ਨੂੰ। नीचे ले जाओ ध्यान। और फिर सम करके देखिए अपने आप ਨੂੰ। फिर नीचे ले जाओ ध्यान।
ਫਿਰ ਸਮ ਕਰਕੇ ਦੇਖੀਏ ਆਪਣੇ ਆਪ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਅਭਿਆਸ ਕਰਨਾ ਹੈ, ਧਿਆਨ ਲਗਾਉਣਾ ਹੈ, ਤੇ ਆਪ ਮਾਲਕ ਸਾਡੇ ਮਨ ਨੂੰ ਸ਼ਿੰਗਾਰਨਾ ਸ਼ੁਰੂ ਕਰ ਦਿੰਦਾ ਹੈ, ਸਾਡੇ ਮਸਤਕ 'ਤੇ ਪ੍ਰਗਟ ਹੋ ਜਾਂਦਾ ਹੈ, ਸਾਡੇ ਮੁਖ 'ਤੇ ਐਸਾ ਕੱਪੜਾ ਪਾ ਦਿੰਦਾ ਹੈ ਜਿਹੜਾ ਹੀਰੇ ਦੀ, ਸਾਡਾ ਮੁਖ ਹੀਰੇ ਦੀ ਤਰ੍ਹਾਂ ਚਮਕਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਇਸ 'ਤੇ ਨਾਮ ਰੂਪੀ ਕੱਪੜਾ ਪਾ ਦਿੰਦਾ ਹੈ। ਤੇ ਸਦਾ ਆਨੰਦ ਰਹਿੰਦਾ ਹੈ, ਮਨ ਸਦਾ ਖਿੜਿਆ ਰਹਿੰਦਾ ਹੈ, ਕਿਉਂਕਿ ਪ੍ਰਭੂ ਦੇ ਨਾਲ ਵਸਦਾ ਹੈ, ਕਦੇ ਵਿਛੋੜਾ ਨਹੀਂ ਹੈ। ਸੋ ਹੋਣਾ ਕਿਵੇਂ ਹੈ? ਪ੍ਰੇਮ ਦੇ ਨਾਲ। ਇਹ ਜੁਗਤੀ ਦਾ ਸ਼ਿੰਗਾਰ ਕਰਨਾ ਹੈ, ਪ੍ਰਭੂ ਦੇ ਦਰਸ਼ਨਾਂ ਦੀ ਮਨ ਦੇ ਵਿੱਚ ਇੱਛਾ ਰੱਖਣੀ ਹੈ, ਤੇ ਫਿਰ ਜਦੋਂ ਅਸੀਂ ਪਾ ਜਾਂਦੇ ਹਾਂ, ਫਿਰ ਇਹ ਨਹੀਂ ਦੇਖਦਾ ਵੀ ਸਾਡਾ ਰੰਗ ਕਾਲਾ ਹੈ, ਅਸੀਂ ਕੈਸੇ ਕੱਪੜੇ ਪਹਿਨੇ ਹਾਂ, ਕੁਛ ਨਹੀਂ ਦੇਖਦਾ। ਸਾਨੂੰ ਆਪਣੇ ਸੇਜਾ 'ਤੇ ਲੈ ਜਾਂਦਾ ਹੈ ਬਾਂਹ ਪਕੜ ਕੇ। ਕੋਈ ਸਰੀਰ ਨੇ ਨਹੀਂ ਜਾਣਾ, ਜੋਤ ਨੂੰ ਸਾਡੀ ਜੋਤ ਨੂੰ ਆਪਣੇ 'ਚ ਸੰਭਾਲ ਲੈਂਦਾ ਹੈ, ਤੇ ਫਿਰ ਅਸੀਂ ਉਸ ਦਾ ਰੂਪ ਹੋ ਜਾਂਦੇ, ਤੇ ਉਹ ਸਾਡਾ ਉੱਥੇ ਆਪਾਂ ਖਾਲਸ ਰੂਪ ਹੋ ਜਾਂਦੇ ਹਾਂ ਸਾਰੇ ਹੀ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।